ਤੇ ਦੁਸ਼ਮਣੀਆਂ ਕਿਵੇਂ ਖਤਮ ਹੋ ਸਕਦੀਆਂ? ਜਿੰਨੀ ਮੈਨੂੰ ਬਲਾਜ ਦੀ ਹੋਈ ਸੀ ਨਾ ਉਵੇਂ ਹੀ ਹੋਈ ਹੈ ਤਕਲੀਫ। ਟੀਪੂ ਖਾਨਦਾਨ ਤਿੰਨ ਜੋਗਾ ਹੀ ਨਹੀਂ ਗਾ। ਲੜਾਈ ਵਾਲੋਂ ਤੀਫੀ ਬੱਟ ਦੀ ਜੋੜ ਨਹੀਂ ਗਿਓ ਤੇ ਨਾ ਕੈਸਰ ਬੱਟ ਚ ਇੰਨੀ ਹਿੰਮਤ ਹੈ। ਜੇ ਤੇ ਟਰੱਕਾਂ ਵਾਲਿਆਂ ਨੇ ਕੀਤਾ ਹੋਇਆ ਤੇ ਇਹ 90 ਵਾਲੀ ਪੁਲਿਸ ਕੋਈ ਨਹੀਂ ਜੇ ਇਹ ਕਾਤਲ ਲੱਭ ਲੈਣਗੇ। ਬਿੱਲਾ ਭਲਵਾਨ ਮਰਵਾਤਾ, ਟੀਫੀ ਨੇ ਟੀਪੂ ਮਰਵਾਤਾ। ਲੋਕਾਂ ਨੂੰ ਇਹੀ ਪਤਾ ਸੀ ਕਿ ਯਾਰ ਦੁਸ਼ਮਣੀ ਬਲਾਜ ਨੂੰ ਮਰਵਾਉਣ ਦਾ ਵੀ ਤੁਕ ਨਹੀਂ ਸੀ। ਇਹਦਾ ਹੱਲ ਕੀ ਹੈ? ਉਹਨੇ ਦਾ ਹੱਲ ਪਤਾ ਕੀ ਹੈ? ਜਿਹੜਾ ਤੀਫੀ ਬੱਟ ਤੇ ਅੱਲਾ ਕੋ ਮਾਫੀ ਮੰਗੇ। ਜਿਹੜਾ ਜਾਨ ਮਾਲ ਚਲਾ ਗਿਆ ਉਹ ਵਾਪਸ ਨਹੀਂ ਆਣਾ ਤੇ ਜਿਹੜਾ ਹੈਗਾ ਜੇ ਉਹ ਬਚਾ ਲਓ। ਲੋਕਾਂ ਨੇ ਫਾਇਦਾ ਚੁੱਕ ਜਾਣਾ। ਤੀਜੀ ਕੁਵਤੀ ਦਾ ਫਾਇਦਾ ਚੁੱਕਿਆ ਹੋਰ ਕੌਣ ਹੈ? ਐਸਨ ਸ਼ਾਹ ਦੀ ਸ਼ਕਲ 'ਚ ਨਾਲ ਫਿਰਦੇ ਪਏ ਨੇ। ਤੀਫੀ ਬੱਟ ਨੂੰ ਚਾਹੀਦਾ ਬਸ ਕਰੇ ਇਹ ਉਮਰ ਨਹੀਂ ਛੱਡ ਦੇਵੇ ਨਾ ਕਰਨਾ ਕਿ ਆਪਣਾ ਜਾਨ ਮਾਲ ਇੱਜ਼ਤਾਂ ਬਚਾ ਲਓ। ਨਾ ਮਾਲ ਬਚਦਾ ਜੇ ਨਾ ਜਾन बचती जे, बीबियां रह जाती जे। बिस्मिल्लाहिर्रहमानिर्रहीम। लीडर टीवी के साथ मैं हूं खुर्रम पाशा। नाजरीन, जैसा कि आप पिछले चंद माह से देख रहे हैं कि लाहौर में जारी एक 30 साला दुश्मनी इस वक्त किस मोड़ पर पहुंच चुकी है और आने वाले वक्त में क्या होने जा रहा है, इस हवाले से मुख्तलिफ किस्म की क्यास आराइयाँ अफवाहें मार्केट में जन्म ले रही हैं। हम अपने नाजरीन को ये बताना चाहते हैं कि ज़ाती तौर पे मेरे साथियों का हमेशा से ये एक मकसद रहा है कि हम अमन की बात करें, सुकून की बात करें, जिसमें हर शख्स को जो तहफ़्फ़ुज़ का एहसास। हालात जिस तरफ जा रहे हैं वो कोई अच्छे इशारे नहीं दे रहे। आज मेरे साथ लाहौर की एक बड़ी अहम शख्सियत, जिनकी हमेशा से लाहौर की दुश्मनियों पर एक गहरी नज़र रहती है। गुज़श्ता दिनों इन्होंने अपने इंटरव्यूज़ में बड़े जारहाना अंदाज में बातें की और आज मैं इनके पास बुनियादी तौर पे आने का मकसद मेरा ये था कि इस दुश्मनियों का हल क्या है, हम किस तरफ जा रहे हैं, हम अमन की तरफ कैसे जा सकते हैं। आज इनसे मेरा गुफ्तगू करने का मकसद ये है कि इनके जो तजर्बात हैं इनसे हम ये बातें हासिल करें जो हमारे नाजरीन के लिए भी एक अवेयरनेस पैदा करें। तो मेरे साथ इस वक्त मौजूद हैं अलाउद्दीन अल-मरूफ लावा पहलवान। लावा भाई जी हुक्म। सब तो पहले ਤੁਹਾਡੀ ਮਿਹਰਬਾਨੀ। ਤੁਹਾਡੇ ਨਾਲ ਮੈਂ ਪੰਜਾਬੀ 'ਚ ਗੱਲਾਂ ਕਰਾਂਗਾ। ਤੁਹਾਡੀ ਸਾਦਾ ਤਬੀਅਤ ਦੇ ਵਿੱਚ तो ਤੁਸੀਂ ਵੀ ਜ਼ਰਾ ਆਸਾਨ ਰਹੋਗੇ ਤੇ ਸਾਡੇ ਨਾਜ਼ਰੀਨ ਵੀ ਇਸ ਚੀਜ਼ ਨੂੰ ਕਲੀਅਰਲੀ ਸਮਝ ਸਕਣਗੇ। ਲਾਵਾ ਭਾਈ, ਜੋ ਕੁਝ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ। ਹੁਣ ਇਸ ਚੀਜ਼ ਤੋਂ ਬਾਲਾਤਰ ਹੋ ਕੇ ਕਿ ਕੌਣ ਗਰੁੱਪ ਕੋ ਠੀਕ ਕਰ ਰਿਹਾ, ਕਿਹੜਾ ਗਰੁੱਪ ਗਲਤ ਕਰ ਰਿਹਾ ਹੈ, ਤੁਸੀਂ ਇੱਕ ਆਪਣੇ ਤਜਰਬੇ ਦੀ ਰੋਸ਼ਨੀ 'ਚ, ਕਿਉਂਕਿ ਹੁਣ ਤੁਸੀਂ ਆਪ ਇੱਕ ਅਮਨ ਦੀ ਜ਼ਿੰਦਗੀ ਗੁਜ਼ਾਰ ਰਹੇ ਹੋ, ਤੇ ਸਾਡੇ ਨਾਜ਼ਰੀਨ ਨੂੰ ਇਹ ਦੱਸੋ ਕਿ ਅਮਨ ਦੀ ਜ਼ਿੰਦਗੀ ਗੁਜ਼ਾਰਨ 'ਚ ਕਿੰਨਾ ਸਕੂਨ ਹੈ ਤੇ ਦੁਸ਼ਮਣੀਆਂ ਕਿਵੇਂ ਖਤਮ ਹੋ ਸਕਦੀਆਂ ਨੇ। ਪਹਿਲੇ ਤਾਂ ਮੈਂ ਜਿਹੜਾ ਨਾ ਜਵੇਦ ਬੱਟ ਬਹੁਤ ਅਫਸੋਸ ਹੋਇਆ। ਇੰਨਾ ਨੀਲਾ ਵਾ ਇੰਨਾ ਲਈ ਹੀ ਰਾਜੀ ਹੋਣ ਕਲਾਮ ਉਹਨਾਂ ਲਈ ਮੈਂ ਪੜ੍ਹਦਾ ਤੇ ਮੈਨੂੰ ਇੰਨੀ ਕੁ ਤਕਲੀਫ ਹੋਈ ਹੈ ਕਿ ਜਿੰਨੀ ਮੈਨੂੰ ਬਲਾਜ ਦੀ ਹੋਈ ਸੀ ਨਾ ਉਵੇਂ ਹੀ ਹੋਈ ਹੈ ਤਕਲੀਫ। ਕਿ ਐਡੀ ਅੱਛੀ ਪਰਸਨੈਲਿਟੀ, ਖੂਬਸੂਰਤ ਜਵਾਨ ਤੇ ਦੇਖੋ ਆਪਣੀ ਵਾਈਫ ਨਾਲ ਜਾ ਰਿਹਾ ਸੀ। ਸਾਡੀਆਂ ਧੀਆਂ ਭੈਣਾਂ ਨੇ, ਉਹ ਸਾਡੀ ਭੈਣ ਹੈ, ਉਹਨਾਂ ਦੀ ਬੇਟੀ ਸਾਡੀ ਬੱਚੀ ਹੈ। ਬਾਕੀ ਜ਼ਿਆਦਤੀ ਕੀਤੀ ਹੈ, ਇੰਜ ਹੋਣਾ ਨਹੀਂ ਸੀ ਚਾਹੀਦਾ। ਜਿਹੜਾ ਕਹਿੰਦੇ ਨਾ ਕਿ ਟਰੱਕਾਂ ਵਾਲਿਆਂ ਨੇ ਕੁਛ ਕੀਤਾ ਜਾਂ ਕੈਸਰ ਬੱਟ ਨੇ, ਮੈਂ ਚੀਜ਼ ਨੂੰ ਨਹੀਂ ਮੰਨਦਾ। ਮੈਂ ਆਪਣੇ ਤਜਰਬੇ ਨਾਲ ਕਹਿ ਰਿਹਾ, ਸ਼ਾਇਦ ਮੈਂ ਗਲਤ ਹੋਵਾਂ। ਮੈਂ ਆਪਣੇ ਤਜਰਬੇ ਦੀ ਰੋਸ਼ਨੀ ਨਾਲ ਇਹ ਗੱਲ ਕਹਾਂਗਾ, ਕਸਮ ਖਾ ਕੇ ਕਹਾਂਗਾ, ਉਹ ਟੀਪੂ ਖਾਨਦਾਨ ਤਿੰਨ ਜੋਗਾ ਹੀ ਨਹੀਂ ਗਾ। ਬਿਲਕੁਲ ਪੈਸੇ ਵਾਲੋਂ ਹੋ ਸਕਦੇ ਨੇ, ਲੜਾਈ ਵਾਲੋਂ ਤੀਫੀ ਬੱਟ ਦੀ ਜੋੜ ਨਹੀਂ ਗਿਓ ਕਿ ਤੀਫੀ ਬੱਟ ਜ਼ਿੰਦਾ ਹੋਵੇ, ਇਸ਼ਤਿਹਾਰੀ ਹੋਵੇ ਤੇ ਉਹਦੇ ਬਨੋਈ ਨੂੰ ਇਹ ਗਰੁੱਪ ਮਾਰ ਦੇਵੇ ਤੇ ਨਾ ਕੈਸਰ ਬੱਟ 'ਚ ਇੰਨੀ ਹਿੰਮਤ ਹੈ ਕਿ ਤੀਫੀ ਬੱਟ ਦੇ ਹੁੰਦੇ ਆ ਉਹ ਕਿ ਨੁਕਸਾਨ ਪਹੁੰਚਾਏ। ਅਸੀਂ ਤਾਂ ਦੇਖਿਆ ਹੀ ਪਹਿਲੀ ਦਫਾ ਤੀਫੀ ਬੱਟ ਦਾ ਬਣੇ। ਲਾਵਾ ਭਾਈ, ਇਹ ਗੱਲ ਤੇ ਹੁਣ ਜਦੋਂ ਪੁਲਿਸ ਦੀ ਤਫਤੀਸ਼ ਹੋਏਗੀ, ਮੁਲਜ਼ਮਾਨ ਗ੍ਰਿਫਤਾਰ ਹੋਣਗੇ ਤੇ ਅਸਲ ਸੂਰਤ-ਏ-ਹਾਲ ਵਾਜ਼ਿਹ ਹੋਏਗੀ ਕਿ ਇਸ ਕਤਲ ਦੇ ਵਿੱਚ ਕਿਹਦਾ ਕਿਰਦਾਰ ਸੀ। ਹੈਗਾ ਤੇ ਇੱਕ ਅਫਸੋਸਨਾਕ ਵਾਕਿਆ ਹੈ ਔਰ ਇਨਸਾਨੀ ਜਾਨ ਕਿਸੇ ਵੀ ਘਰ ਦੀ ਜਾਏ ਇੱਕ ਦੁੱਖ ਵਾਲੀ ਕੈਫੀਅਤ ਹੁੰਦੀ ਹੈ। ਤੁਹਾਨੂੰ ਇਹ ਗੱਲ ਪੁੱਛਣ ਦਾ ਮਕਸਦ ਹੈਗਾ ਹੈ ਕਿ ਚੂँकि ਤੁਹਾਡਾ ਇਹਨਾਂ ਮਾਮਲਾ ਦੇ ਨਾਲ ਮਾਜ਼ੀ 'ਚ ਵੀ ਖਾਸਾ ਤਲਕ ਰਿਹਾ ਹੈ, ਐਸੇ ਲੋਕਾਂ ਦੇ ਨਾਲ ਤੁਹਾਡੇ ਦੋਸਤਾਨੇ ਵੀ ਰਹੇ ਨੇ, ਐਸੇ ਘਰਾਂ 'ਚ ਤੁਹਾਡੇ ਤਲਕ ਵੀ ਨੇ, ਅੱਜ ਰਹੇ ਨੇ, ਅੱਜ ਵੀ ਹੈਗੇ ਨੇ, ਕਿ ਆਇਆ ਇਸ ਸਾਰੀ ਦੁਸ਼ਮਣੀ ਨੂੰ ਇੱਕ ਅਮਨ ਵਾਲੇ ਪਾਸੇ, ਸੁਲ੍ਹਾ ਵਾਲੇ ਪਾਸੇ ਕਿਸ ਤਰ੍ਹਾਂ ਲਿਜਾਇਆ ਜਾ ਸਕਦਾ ਹੈ, ਉਹਦੇ ਵਾਸਤੇ ਕੀ ਹੋਣਾ ਚਾਹੀਦਾ ਹੈ, ਤੁਹਾਡਾ ਤਜਰਬਾ ਕੀ ਕਹਿੰਦਾ ਹੈ?
ਮੇਰਾ ਤਜਰਬਾ ਹੈ ਕਹਿੰਦਾ ਜੀ ਕਿ ਜੇ ਤੇ ਟਰੱਕਾਂ ਵਾਲਿਆਂ ਨੇ ਕੀਤਾ ਹੋਇਆ ਤਫਤੀਸ਼ ਤੇ ਹੈਗੀ ਹੈ ਨਾ ਪੁਲਿਸ ਕੋਲ, ਤੇ ਇਹ 90 ਵਾਲੀ ਪੁਲਿਸ ਕੋਈ ਨਹੀਂ ਜੇ, ਨਾ 2000 ਵਾਲੀ, ਇਹ ਹੈਗੀ ਹੈ 2024 ਵਾਲੀ। ਇਹ ਕਾਤਲ ਲੱਭ ਲੈਣਗੇ, ਸਮਝਦੇ ਹੋ? ਤੇ ਜੇ ਟਰੱਕਾਂ ਵਾਲਿਆਂ ਨੇ ਨਿਕਲਾਂਦਾ ਇਹਨਾਂ ਚੋਂ ਤੇ ਕਸਮ ਲੈ ਲਓ, ਮੈਂ ਜਿਹੜੀ ਤੀਵੀਆ ਸੇ ਜ਼ਬਾਨ ਬੋਲੀ ਹੈ ਨਾ, ਮੈਂ ਉਸ ਤੋਂ ਸਖਤ ਜ਼ਬਾਨ ਬੋਲਾਂਗਾ ਇਹਨਾਂ ਲਈ। ਕਿਉਂ ਕਿ ਮੈਂ ਕਿਸੇ ਨੂੰ ਰਾਜ਼ੀ ਕਰਨਾ ਸੇ ਨਹੀਂ ਲੱਗਾ। ਮੈਂ ਨਾ ਆਪਣੇ ਆਪ ਨੂੰ ਕੋਈ ਮਫਾਦ ਵਾਸਤੇ, ਅੱਲਾ ਨੂੰ ਰਾਜ਼ੀ ਕਰਨਾ ਵਾਸਤੇ, ਮੇਰਾ ਹੋਰ ਕੋਈ ਮਕਸਦ ਨਹੀਂ ਗਾ। ਪਰ ਜਿਹੜਾ ਕਤਲ ਹੋਇਆ ਨਾ, ਬੜਾ ਵੱਡਾ ਸਮਝ ਲਓ ਕਿ ਨੁਕਸਾਨ ਹੋਇਆ ਤੀਵੀ ਵੱਟ ਦਾ ਪਹਿਲੀ ਦਫਾ। ਤੇ ਤੁਸੀਂ ਮੈਨੂੰ ਇਹ ਦੱਸੋ ਖਾਨ ਸਾਹਿਬ, ਮੈਂ ਤੁਹਾਨੂੰ ਪੁੱਛਣਾ, ਇਹਦਾ ਜ਼ਿੰਮੇਵਾਰ ਕੌਣ ਹੈ? ਕਾਤਲ ਤੇ ਲੱਭਿਆ ਨਹੀਂ, ਲੱਭ ਵੀ ਜਾਂਦਾ, ਬੈਗ ਤੇ ਕੌਣ ਹੈ? ਜ਼ਿੰਮੇਵਾਰ ਕੌਣ ਹੈ ਇਹਦਾ, ਦੱਸੋ। ਜ਼ਾਹਿਰ ਹੈ ਜਦੋਂ ਅਸਲ ਕਾਤਲ ਫੜੇ ਜਾਣਗੇ ਤੇ ਤੁਸੀਂ ਕਿਸੇ ਦੀ ਜ਼ਿੰਮੇਵਾਰੀ ਦਾ ਤਯਨ ਉਦੋਂ ਹੀ ਕਰ ਸਕਦੇ ਹੋ। ਮੈਂ ਦੱਸਾਂ ਆਪਣਾ ਤਜਰਬਾ ਹੈ, ਸ਼ਾਇਦ ਕੋਈ ਮੰਨੇ ਕਿ ਨਾ ਮੰਨੇ। ਬਿਲਕੁਲ। ਤੁਸੀਂ ਮੈਨੂੰ ਇਹ ਦੱਸੋ, ਐਸਨ ਸ਼ਾਹ ਨੇ 5 ਕਰੋੜ ਚੁੱਕਿਆ, ਸੌਦਾ ਕੀਤਾ। ਅਗਰ ਤੀਵੀ ਭੱਟ ਖਰੀਦਦਾਰ ਨਾ ਹੁੰਦਾ, ਇਹ ਵਕੂਆ ਹੋਣਾ ਸੀ। ਤੀਵੀ ਭੱਟ ਖਰੀਦਦਾਰ ਹੈਗਾ ਸੀ ਤੇ ਉਹਨੇ ਲਾਲਚ ਕੀਤੀ, ਇਹ ਵਕੂਆ ਹੋ ਗਿਆ। ਪਹਿਲੇ ਤੇ ਪਤਾ ਕੀ ਪੜਦਾ ਸੀ, ਬਿੱਲਾ ਭਲਵਾਨ ਮਰਵਾਤਾ ਤੀਵੀ ਨੇ, ਟੀਪੂ ਮਰਵਾਤਾ। ਲੋਕਾਂ ਨੂੰ ਇਹੀ ਪਤਾ ਸੀ ਕਿ ਯਾਰ ਦੁਸ਼ਮਣੀ ਹੈ, ਫਲਾਜ ਨੂੰ ਮਰਵਾਉਣ ਦਾ ਵੀ ਤੁਕ ਨਹੀਂ ਸੀਗਾ। ਕਿੰਨੇ ਬੰਦੇ ਮਰ ਗਏ ਨੇ ਜੀ 6 ਮਹੀਨੇ 'ਚ? ਆਓ 4-5 ਬੰਦੇ ਮਰ 4 ਮਰ ਗਏ ਨਾ। ਇਹਨਾਂ ਦਾ ਜ਼ਿੰਮੇਵਾਰ ਪਤਾ ਕੌਣ? ਤੀਵੀ ਭੱਟ। ਇਹਦਾ ਹੱਲ ਕੀ ਹੈ? ਮੈਂ ਹੱਲ ਵੀ ਮੇਰੇ ਕੋਲ ਹੋਗਾ ਜੇ, ਹੁਣ ਇਹਦਾ ਹੱਲ ਪਤਾ ਕੀ ਹੈ? ਜਿਹੜਾ ਤੀਵੀ ਭੱਟ ਤੇ ਅੱਲਾ ਕੋ ਮਾਫੀ ਮੰਗੇ। ਇਹ ਜਿਹੜੀ ਉਮਰ ਹੈਗੀ ਹੈ ਨਾ, 30 ਸਾਲ 35 ਸਾਲ 20 ਸਾਲ 25 ਸਾਲ, ਇਹਦੇ 'ਚ ਗਲਤੀਆਂ ਹੁੰਦੀਆਂ, ਤੇ ਜਦੋਂ 50 ਟੱਪ ਜਾਓ ਗਲਤੀ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਹੋ ਗਈ ਮਾਫੀਆ ਦੀ ਉਮਰ, ਤੇ ਮਾਫੀ ਮੰਗਦਾ। ਅੱਲਾ ਨੇ ਇਹਨੂੰ ਦੌਲਤ ਦਿੱਤੀ, ਦੌਲਤ ਤਾਕਤ ਹੁੰਦੀ ਹੈ, ਤਾਕਤ ਦਿੱਤੀ, ਤੇ ਅੱਲਾ ਦਾ ਬੰਦੇ ਮੁੱਲ ਪਿਆ ਖਰੀਦਦਾ। ਤੂੰ ਪਰਾਠੀਆਂ ਖਰੀਦ, ਅੱਛੀ ਜਗ੍ਹਾ ਤੇ ਪੈਸਾ ਲਾ। ਅੱਲਾ ਦਾ ਬੰਦਾ ਮੁੱਲ ਪਿਆ ਖਰੀਦਣਾ। ਜਿਹੜਾ ਲਿਫ ਜਾਏ, ਲਿਫੇ ਨੂੰ ਅੱਲਾ ਫਲ ਲਾਉਂਦਾ, ਤੇ ਉਹਨਾਂ ਦਾ ਵੀ ਕੰਮ ਹੈ ਫਿਰ ਲਿਫ ਜਾਣ, ਉਹਨਾਂ ਦੀ ਇੱਜ਼ਤ ਨਹੀਂ ਘਟੇਗੀ। ਕਿਉਂ? ਜਿਹੜਾ ਐਸਨ ਸ਼ਾਹ ਦੇ ਬੰਦੇ ਇਹਨਾਂ 'ਚ ਵੀ ਬੜੇ, ਜਿਹੜੇ ਨਾਲ ਜਾਣ ਵਾਲੇ ਨੇ, ਉਹਦੇ ਘਰ ਦਾ ਕਿਹਨੂੰ ਪਤਾ? ਵਿੱਚੋਂ ਹੀ ਉਹ ਐਸੇ ਬੰਦੇ ਨੇ ਕਿ ਆਪਣੇ ਮੁਫਾਦ ਵਾਸਤੇ ਕਿ ਲੜਾਈ ਰਵੇ ਤੇ ਸਾਡਾ ਖਾਣ ਪੀਣ ਚੱਲਿਆ ਰਹੇਗਾ, ਤੇ ਉਹੀ ਖਾਣ ਪੀਣ ਇਹ ਤਗੜੀਆਂ ਪਾਰਟੀਆਂ ਨੇ ਤੇ ਦਿਸ ਕੇ ਲਾਲ ਦੀ ਸ਼ਕਲ 'ਚ ਖਾਣ ਨਾਲ ਲੱਗ ਕੇ। ਇਹ ਖੂਨ ਦੀ ਕਮਾਈ ਕਿਉਂ ਖਾਂਦੇ ਪਏ ਨੇ? ਸੁਲ੍ਹਾ ਹੋ ਸਕਦੀ ਹੈ ਜੇ ਦੋਵੇਂ ਪਾਰਟੀਆਂ ਲਿਖ ਜਾਣ, ਤਾਜਰ ਪੈ ਜਾਣ, ਪੁਲਿਸ ਪੈ ਜਾਏ, ਹਕੂਮਤ ਪੈ ਜਾਏ। ਕੋਈ ਚਲੋ ਅਸੀਂ ਵੀ ਮਿੰਤਰਲਾ ਕਰ ਲਾਂਗੇ ਕਿ 2 ਘਰ ਮਿਲ ਜਾਣ, ਜਿਹੜਾ ਜਾਨ ਮਾਲ ਚਲਾ ਗਿਆ ਉਹ ਵਾਪਸ ਨਹੀਂ ਆਣਾ, ਤੇ ਜਿਹੜਾ ਹੈਗਾ ਜੇ ਉਹ ਬਚਾ ਲਓ, ਲੋਕਾਂ ਨੇ ਫਾਇਦਾ ਚੁੱਕ ਜਾਣਾ। क्या ਤੁਸੀਂ ਸਮਝਦੇ ਹੋ ਕਿ ਇਹ ਸਾਰੀ ਸੂਰਤ-ਹਾਲ 'ਚ ਕੋਈ ਤੀਸਰੀ ਕੂਵਤ ਵੀ ਸਰਗਰਮ ਹੈ? ਦੇਖੋ ਜੀ ਮੇਰੀ ਗੱਲ ਸੁਣੋ, ਤੀਜੀ ਕੂਵਤ ਇਹਦਾ ਫਾਇਦਾ ਚੁੱਕਿਆ ਹੋਰ ਕੌਣ ਹੈ? ਐਸਨ ਸ਼ਾਹ ਦੀ ਸ਼ਕਲ 'ਚ ਨਾਲ ਫਿਰਦੇ ਪਏ ਨੇ। ਸ਼ਰੀਫ ਆਦਮੀ ਸੀ, ਉਹਨੇ ਕਿਹੜਾ ਹਥਿਆਰ ਰੱਖਿਆ ਹੁੰਦਾ ਸੀ, ਕੁਝ ਕੀਤਾ ਹੁੰਦਾ ਸੀ? ਨੇਕ ਉਹਦੇ ਕੋਈ ਸਿਕਿਉਰਿਟੀ ਉਹਨਾਂ ਦੇ ਨਾਲ ਨਹੀਂ, ਨੇਕ ਇਨਸਾਨ ਸੀ। ਕਸਮ ਲੈ ਲਓ, ਬੜਾ ਦੁੱਖ ਹੋਇਆ। ਤੀਵੀ ਭੱਟ ਨੂੰ ਚਾਹੀਦਾ ਬਸ ਕਰੇ ਨਾ, ਇਹ ਉਮਰ ਨਹੀਂ ਛੱਡ ਦੇਵੇ ਨਾ ਕੰਮ। ਇਹ ਅੱਲਾ ਦੀ ਲਾਠੀ ਬੇਬਾਜ਼ ਹੈ। ਚਲਾਵਾ ਭਾਈ, ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਕਿ ਇਹ 2010 ਵਾਲੀ ਪੁਲਿਸ ਨਹੀਂ ਗਈ, 90 ਦੀ ਦਿਹਾਈ ਵਾਲੀ ਪੁਲਿਸ ਨਹੀਂ ਗਈ, 2024 ਦੀ ਪੁਲਿਸ ਹੈ, और वाकई ये शक भी कोई नहीं गा कि बड़े बड़े कंपीटेंट ऑफिसर्स ने। अच्छा, ऐसे ऑफिसर भी इस टाइम लाहौर पुलिस से मौजूद ने जिन्हों का इस दुश्मनी नाल कभी कोई सरोकार नहीं रहा, पुराने दौर से जो चल रहा सी। कुछ पुलिस ऑफिसर्स ऐसे सन, काफ़ी सारे ऐसे सन रिटायर हो गए, अच्छा कुछ हैगे भी नहीं हले भी, लेकिन उन्हों की रिटायरमेंट भी नेड़े नेड़े पहुंची है। तो क्या मौजूदा पुलिस सैटअप जोड़ा है वो इस दुश्मनी के खात्मे वास्ते कोई स्टैप लै सकते? ਦੋਵਾਂ ਨੂੰ ਮੇਲ ਦੇਵੇ, ਪਾੜ ਕੇ ਨਹੀਂ ਸਟੈਪ ਹੈਗਾ। ਪੁਲਿਸ ਦੀ ਕੌਣ ਨਹੀਂ ਮੰਨਦਾ? ਬੜੀਆਂ ਬੜੀਆਂ ਸੁਲਾਹ ਹੋਈਆਂ, ਪਰ ਉਹਨਾਂ ਨੂੰ ਕਹਵੇ ਤੇ ਸਹੀ ਨਾ ਕੋਈ ਕਿ ਸੁੱਤੇ ਪਏ ਬਾਲ ਦਾ ਮੂੰਹ ਚੁੰਮੀ ਜਾਣ, ਕਿਉਂ ਵੀ ਤੁਹਾਡੀ ਸੁਲਾਹ ਕਰਾਈਏ। ਤਾਜਰ ਬਰਾਦਰੀ ਏਡੀ ਵੱਡੀ ਹੈ, ਜਾਣ CCPO ਸਾਹਿਬ ਕੋਲ ਜਾਣ, ਬੰਦੇ ਉਹਨਾਂ ਨੂੰ ਕਹਿ ਭਾਈ ਬੁਲਾਓ, ਇਹਨਾਂ ਸਾਰੇ ਮਿੰਤਰਲਾ ਕਰਨਾ।
ਕਿ ਆਪਣਾ ਜਾਨ ਮਾਲ ਇੱਜ਼ਤਾਂ ਬਚਾ ਲਓ। ਨਾ ਮਾਲ ਬਚਦਾ ਜੇ ਨਾ ਜਾਨ ਬਚਦੀ ਜੇ, ਬੀਬੀਆਂ ਰਹਿ ਜਾਂਦੀਆਂ ਜੇ। ਬਲਾਜ ਨੇ ਐਸਨ ਸ਼ਾਹ ਨੇ ਦਿੱਤੀਆਂ ਵੀਡੀਓ ਜੇ ਉਹ ਧਮਕੀਆਂ ਲਾਉਂਦਾ ਹੈ। ਮੇਰੀ ਗੱਲ ਸੁਣੋ, ਜਦੋਂ ਕਿਸੇ ਕੋ ਕੁਛ ਨਹੀਂ ਨਾ ਹੁੰਦਾ ਉਹ ਮੂੰਹ ਨਾ ਬੋਲਦਾ ਹੈ, ਤੇ ਜਦੋਂ ਕਿਸੇ ਕੋ ਕੁਛ ਹੁੰਦਾ ਉਹਦੀਆਂ ਛਾਵਾਂ ਬੋਲਦੀਆਂ। ਉਹ ਵਿਚਾਰਾ ਮੂੰਹ ਨਾਲ ਵੀ ਨਾ ਬੋਲਦਾ, ਮੈਂ ਪਿਓ ਦਾ ਬਦਲਾ ਲੈ ਲਾਂਗਾ। खैर रावा भाई दुश्मनियां च ਤੁਹਾਨੂੰ ਵੀ ਪਤਾ ਹੈ ਕਿ ਜਦੋਂ ਤੱਕ ਐਸਨ ਸ਼ਾਹ ਜੈਸੇ ਕਰਦਾਰ ਨਾ ਹੋਵੇ ਤੇ ਮੁਖਾਲਫਾਂ ਦਾ ਚੱਲਦਾ ਨਹੀਂਗਾ ਸਿਸਟਮ। ਔਰ ਕਈ ਐਸੇ ਵਾਕਿਆਤ ਹੋਏ ਨੇ ਕਿ ਬੰਦਾ ਹਮੇਸ਼ਾ ਘਰ ਦੇ ਬੰਦੇ ਤੋਂ ਹੀ ਹੱਥੋਂ ਹੀ ਮਰਿਆ। ਇਸ ਤਰ੍ਹਾਂ ਹੀ ਹੈ। ਤੇ ਇਹ ਕਰਦਾਰ ਤੇ ਖਤਮ ਨਹੀਂ ਹੋ ਸਕਦੇ। ਦੇਖੋ ਜ਼ਿੰਦਗੀ ਮੌਤ ਇੱਜ਼ਤ ਜ਼ਿਲਤ ਅੱਲਾ ਦੇ ਹੱਥ ਹੈ, ਉਤੋਂ ਹੀ ਪਰਵਾਨਾ ਹੁੰਦਾ ਹੈ, ਬੰਦਾ ਕੋਈ ਨਹੀਂ ਮਾਰ ਸਕਦਾ। ਇਹ ਮਾਲਕ ਨੇ ਫਿਕਸ ਕੀਤਾ ਹੁੰਦਾ। ਕੋਈ ਉਹਦੇ ਹੀ ਜੰਨਤ ਖਰੀਦਦੇ ਆ, ਕੋਈ ਦੋਜ਼ਖ, ਕੋਈ ਦੋਸਕੀਆਂ ਵਾਲਾ ਕੰਮ ਕਰਦੇ ਆ, ਕੋਈ ਜੰਤੀਆਂ ਵਾਲਾ। ਕਰਦਾਰਾਂ ਨੇ ਤੇ ਹਿਸਾਬ ਦੇਣਾ ਅੱਗੇ ਜਾ ਕੇ, ਜਿੰਨੇ ਜੋ ਕੀਤਾ। ਤੀਫੀ ਦਾ ਭਾਰ ਲਾਹੌਰ 'ਚ ਕੋਈ ਨਹੀਂ ਚੁੱਕਦਾ, ਕੋਈ ਨਹੀਂ ਜੁਰਤ ਕਰੇਗਾ। ਅੱਲਾ ਦੀ ਤਰਫੋਂ ਹੋ ਗਿਆ, ਅੱਲਾ ਦੀ ਤਰਫੋਂ। ਪੰਜ ਤਨ ਘਰਾਨੇ ਦਾ ਨਾਂ ਗੁਲਾਮ ਹੋ ਗਿਆ, ਸਭ ਤੋਂ ਅਦਨਾ, ਸਭ ਤੋਂ ਛੋਟਾ। ਤੇ ਮੈਨੂੰ ਨਾ ਸਾਰੀ ਦੁਨੀਆ ਆਪਣੇ ਨਾਲ ਅੱਛੀ ਦਿਸਦੀ ਹੈ, ਤੇ ਮੈਂ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦਾ। ਤੇ ਮੇਰਾ ਪੈਗਾਮ ਹੈ ਜਿਹੜੇ ਮਾਂ ਬਾਪ ਦੇ ਅੱਖ ਨਹੀਂ ਨਾ ਲੱਗਦੇ ਬੱਚੇ, ਤੇ ਮਾਂ ਪਿਓ ਦਾ ਕੰਮ ਹੈ ਇੱਕ ਡਿਊਟੀ ਦੇ ਦੇਣ। ਕੋਈ ਬੰਦਾ 40 ਦਿਨ ਇਹ ਕਰਕੇ ਵੇਖ ਲਵੇ, ਜੇ ਹਾਲਾਤ ਸਿੱਧੇ ਨਾ ਹੋਣਗੇ ਤੇ ਮੈਨੂੰ ਪੜ ਲੈਣਾ ਆ ਕੇ। 5 ਨਮਾਜ਼ਾਂ ਪੜ੍ਹੇ, ਤੈਯਦ ਪੜ੍ਹੇ ਅੱਲਾ ਵਾਸਤੇ, ਤੇ ਖਾਲਸ ਸੱਚ ਬੋਲੇ, ਤੇ ਖਾਲਸ ਰਿਜ਼ਕ ਹਲਾਲ ਖਾਵੇ। 40 ਦਿਨ ਕਰਕੇ ਵੇਖ ਲਵੇ, ਕੋਈ ਵੀ ਹੈ। ਬਾਕੀ ਅੱਲਾ ਤੋਂ ਛੱਡ ਇਹ 3 ਕੰਮ ਕਰ ਲਓਗੇ ਨਾ ਤੇ ਅੱਲਾਹ ਤਾਲਾ 5 ਇਨਾਮ ਚ देगा, इज्जत, जान, माल, दुनिया, आखिरत। जी तो नाजरीन, हमने लावा पहलवान की बातें सुनी और उन्होंने भी ये बात की है, बल्कि ये दरख्वास्त की है हाथ बांध के कि अब सुलह की तरफ जाना चाहिए। और इसमें जो सबसे अहम पॉइंट जो इनकी गुफ्तगू में से एक निचोड़ जो निकला कि हमारी लाहौर की ताजर बरादरी इन ख़ानदानों में सुलह के लिए बहुत अहम किरदार अदा कर सकती है। उसकी बुनियादी वजह यह है कि दोनों ग्रुपों में ताजरों की एक बड़ी तादाद शामिल है। वो कि वो दुश्मनी का हिस्सा नहीं है, लेकिन उनका तल्लक दोनों घरानों से है। और इसमें बहुत अच्छे अच्छे ऐसे ताजर रहनुमा बैठे हैं जिनको इन वाक़यात पे ख़ुद भी दुख और अफसोस है। तो ऐसे ताजर रहनुमाओं को आगे बढ़ना होगा, इन 2 घरानों को मिलाने के लिए अपना किरदार अदा करना होगा। मेरे अगले प्रोग्राम तक के लिए मुझे इजाज़त दीजिए। अल्लाह निगहबान।